ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹੰਸਰਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਘਰ ਆਇਆ। ਗੁਰੂ ਰੂਪ ਸਤ ਸੰਗਤ ਜੀ, ਇਹ ਬਚਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਮਕਲੀ ਕੀ ਵਾਰ ਵਿੱਚ ਦਰਜ ਕੀਤੇ ਹਨ। ਸੋ ਇਸ ਬਚਨ ਦੀ ਵਿਚਾਰ ਅੱਜ ਆਪ ਜੀ ਨਾਲ ਸਾਂਝੀ ਕਰਨੀ ਹੈ ਕਿ ਪਰਸਰਾਮ ਜੀ ਆਪਣੇ ਘਰ ਆ ਕੇ ਕਿਉਂ ਰੋਂਦੇ ਨੇ, ਉਹਨਾਂ ਨਾਲ ਕੀ ਵਾਪਰਿਆ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਾਂ 10 ਗੁਰੂ ਸਾਹਿਬਾਨਾਂ ਦੇ 6 ਗੁਰੂ ਸਾਹਿਬਾਨਾਂ ਨੇ ਜੋ ਬਾਣੀ ਰਚੀ ਹੈ, ਉਸ ਵਿੱਚ ਜਿਤਨੇ ਮਹਾਂਪੁਰਸ਼ਾਂ ਰਿਸ਼ੀਆਂ ਦੀਆਂ ਕਹਾਣੀਆਂ ਨੇ, ਸੋ ਅਸੀਂ ਉਹਨਾਂ ਦੇ ਨਾਮ 'ਤੇ ਜਾਣਦੇ ਹਾਂ। ਮੈਨੂੰ ਸੰਗਤ ਵੱਲੋਂ ਇਹ ਆਦੇਸ਼ ਹੋਇਆ ਵੀ ਉਹਨਾਂ ਨਾਵਾਂ ਦੇ ਪਿੱਛੇ ਜੋ ਉਹਨਾਂ ਦਾ ਇਤਿਹਾਸ ਹੈ, ਉਹ ਜਿੰਨਾ ਕੁ ਵੀ ਮੌਜੂਦ ਹੈ, ਉਹ ਆਪ ਜੀ ਨਾਲ ਸੰਖੇਪ ਵਿੱਚ ਸਾਂਝ ਕੀਤੀ ਜਾਏ। ਸੋ ਪਰਸਰਾਮ ਜੀ ਦੀ ਸਾਖੀ ਲੈ ਕੇ ਦਾਸ ਹਾਜ਼ਰ ਹੈ। ਸੋ ਬੇਨਤੀ ਹੈ ਆਪ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਸਭ ਨੂੰ ਮਿਲ ਜਾਏ। ਵਿਸ਼ਨੂੰ ਪੁਰਾਣ ਜੀ ਦੇ ਗ੍ਰੰਥ ਵਿੱਚ ਵਿਸ਼ਨੂੰ ਪੁਰਾਣ 18 ਪੁਰਾਣਾਂ ਵਿੱਚੋਂ ਵਿਸ਼ਨੂੰ ਪੁਰਾਣ ਹੈ, ਉਸ ਦਾ ਸ਼ਾਂਤੀ ਪੁਰਬ ਹੈ। ਉਸ ਵਿੱਚ ਜ਼ਿਕਰ ਆਉਂਦਾ ਹੈ ਕਿ ਕੁਸ਼ਿਕ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਇੰਦਰ ਨੇ ਉਹਨਾਂ ਦੇ ਘਰ ਪੁੱਤਰ ਦੇ ਰੂਪ ਵਿੱਚ ਜਨਮ ਲਿਆ। ਉਹਨਾਂ ਦਾ ਨਾਮ ਗਾਂਧੀ ਪਿਆ। ਗਾਂਧੀ ਦੇ ਗ੍ਰਹਿ ਇੱਕ ਕੰਨਿਆ ਉਤਪੰਨ ਹੋਈ, ਉਸ ਦਾ ਨਾਮ ਸਤਿਆਵਤੀ ਰੱਖਿਆ ਗਿਆ। ਗਾਂਧੀ ਨੇ ਆਪਣੀ ਕੰਨਿਆ ਸਤਿਆਵਤੀ ਦਾ ਵਿਵਾਹ ਕ੍ਰਿਮੂ ਰਿਸ਼ੀ ਦੇ ਪੁੱਤਰ ਰਿਚੀਕ ਨਾਲ ਕਰ ਦਿੱਤਾ। ਅਤੇ ਇੱਕ ਸਮੇਂ ਮਹਰਸ਼ੀ ਰਿਚੀਕ ਆਪਣੀ ਇਸਤਰੀ ਸਤਿਆਵਤੀ 'ਤੇ ਬੜੇ ਪ੍ਰਸੰਨ ਹੋਏ ਅਤੇ ਉਹਨਾਂ ਵਾਸਤੇ ਅਤੇ ਉਹਨਾਂ ਦੀ ਮਾਤਾ ਵਾਸਤੇ 2 ਔਸ਼ਧੀਆਂ ਤਿਆਰ ਕੀਤੀਆਂ ਅਤੇ ਸਤਿਆਵਤੀ ਨੂੰ ਦੇ ਕੇ ਕਿਹਾ, ਇਹ ਔਸ਼ਧੀ ਤੂੰ ਖਾ ਲਈ, ਇਸ ਦੇ ਪ੍ਰਭਾਵ ਨਾਲ ਤੇਰੀ ਕੁੱਖ ਤੋਂ ਪਰਮ ਸ਼ਾਂਤ ਅਤੇ ਬੜਾ ਤੇਜਸਵੀ ਪੁੱਤਰ ਉਤਪੰਨ ਹੋਏਗਾ। ਦੂਸਰੀ ਔਸ਼ਧੀ ਤੂੰ ਆਪਣੀ ਮਾਤਾ ਨੂੰ ਖਵਾ ਦੇਂ, ਜਿਸ ਦੇ ਅਸਰ ਨਾਲ ਬੜਾ ਵੱਡਾ ਯੋਧਾ ਬਲਵਾਨ ਪੁੱਤਰ ਜਨਮ ਲਏਗਾ, ਜੋ ਸਭਨਾ ਯੋਧਿਆਂ ਨੂੰ ਪਰਾਜਿਤ ਕਰੇਗਾ। ਪਰ ਹੋਇਆ ਇਹ ਕਿ ਸਤਿਆਵਤੀ ਉਹ ਔਸ਼ਧੀ ਦੇਣਾ ਭੁੱਲ ਗਈ ਜਾਂ ਉਹਦੇ ਵਿੱਚ ਅੱਗੇ ਪਿੱਛੇ ਹੋ ਗਿਆ, ਔਰ ਭੁੱਲ ਨਾਲ ਉਸਨੇ ਆਪਣੀ ਔਸ਼ਧੀ ਆਪਣੀ ਮਾਤਾ ਨੂੰ ਖਵਾ ਦਿੱਤੀ, ਔਰ ਜੋ ਉਸਦੀ ਮਾਤਾ ਨੇ ਖਾਣੀ ਸੀ ਉਹ ਆਪ ਖਾ ਲਈ। ਮਹਰਸ਼ੀ ਰਿਚੀਕ ਨੂੰ ਜਦੋਂ ਇਸ ਭੁੱਲ ਦਾ ਗਿਆਨ ਹੋਇਆ ਅਤੇ ਉਹਨਾਂ ਨੇ ਕਿਹਾ, ਸਤਿਆਵਤੀ ਇਹ ਤੂੰ ਸਭ ਉਲਟਾ ਕਰ ਦਿੱਤਾ, ਹੁਣ ਤੇਰੀ ਕੁੱਖ ਤੋਂ ਜਨਮ ਲੈਣ ਵਾਲਾ ਬਾਲਕ ਬੜਾ ਕਰੂਰ ਅਤੇ ਖੱਤਰੀ ਧਰਮ ਦੇ ਪ੍ਰਤੀ ਉਪਦਰਵੀ ਹੋਵੇਗਾ। ਇਹ ਸੁਣ ਕੇ ਸਤਿਆਵਤੀ ਬੜੀ ਵਿਆਕੁਲ ਹੋਈ। ਉਸਨੇ ਬੇਨਤੀ ਕੀਤੀ ਕਿ ਕੋਈ ਹੱਲ ਦੱਸੋ, ਮੇਰਾ ਪੁੱਤਰ ਐਸੇ ਗੁਣ ਵਾਲਾ ਨਾ ਹੋਵੇ, ਇਤਨਾ ਅਤਿਆਚਾਰੀ ਜਾਂ ਕਰੂਰ ਨਾ ਹੋਵੇ। ਤਦ ਉਹਨਾਂ ਨੇ ਕਿਹਾ ਵੀ ਇਹ ਤਾਂ ਇੰਨਾ ਕੁ ਹੋ ਸਕਦਾ ਹੈ ਵੀ ਜੋ ਤੇਰਾ ਪੁੱਤਰ ਐਸਾ ਨਾ ਹੋਵੇ ਤਾਂ ਇਹ ਸਾਰੇ ਲੱਛਣ ਫਿਰ ਤੇਰੇ ਪੋਤਰੇ ਵਿੱਚ ਹੋ ਜਾਣਗੇ। ਤਾਂ ਸਤਿਆਵਤੀ ਕਹਿਣ ਲੱਗੀ, ਕੋਈ ਗੱਲ ਨਹੀਂ, ਪੁੱਤਰ 'ਚ ਨਾ ਹੋਣ ਐਸਾ ਹੀ ਕਰ ਦਿਓ, ਪੋਤਰਾ ਚਾਹੇ ਖੱਤਰੀ ਗੁਣ ਵਾਲਾ ਹੋਏ, ਕੋਈ ਗੱਲ ਨਹੀਂ। ਚਲੋ ਜੀ, ਇਸੇ ਤਰ੍ਹਾਂ ਹੋ ਗਿਆ। ਅਤੇ ਸਮਾਂ ਆਉਣ 'ਤੇ ਸਤਿਆਵਤੀ ਦੀ ਕੁੱਖੋਂ ਮਹਰਸ਼ੀ ਜਮਦਗਨੀ ਪੈਦਾ ਹੋਏ। ਜਮਦਗਨੀ ਬੜੇ ਸ਼ਾਂਤ, ਤਪਸਵੀ, ਸਿਮਰਨ ਵਿੱਚ ਜੁੜੇ ਹੋਏ, ਵੇਦਾਂਤ ਦੇ ਗਿਆਤਾ, ਵੇਦਾਂ ਦੇ ਗੂੜ੍ਹ ਵਿਦਵਾਨ, ਗਿਆਨਵਾਨ ਪੁਰਸ਼ ਸਨ। ਅਤੇ ਉਹਨਾਂ ਦਾ ਵਿਆਹ ਰੇਣੂਕਾ ਨਾਲ ਹੋਇਆ, ਜੋ ਰਾਜਾ ਪ੍ਰਸੰਨਜਿਤ ਦੀ ਪੁੱਤਰੀ ਸੀ। ਰੇਣੂਕਾ ਦੀ ਕੁੱਖੋਂ ਮਹਰਸ਼ੀ ਜਮਦਗਨੀ ਦੇ ਘਰ 5 ਪੁੱਤਰ ਪੈਦਾ ਹੋਏ ਅਤੇ ਉਹਨਾਂ ਦਾ ਨਾਮ ਸਮੇਵਾਨ, ਸੁਖੇਣ, ਤੀਸਰੇ ਦਾ ਨਾਮ ਵਸਟ, ਚੌਥੇ ਦਾ ਨਾਮ ਵਿਸ਼ਵਾਵਸਟ ਅਤੇ 5ਵੇਂ ਦਾ ਨਾਮ ਪਰਸਰਾਮ ਸੀ, ਜਿਨ੍ਹਾਂ ਦੀ ਕਹਾਣੀ ਆਪ ਜੀ ਨਾਲ ਸਾਂਝੀ ਕਰ ਰਹੇ। ਸੋ ਵਿਸ਼ਨੂੰ ਪੁਰਾਣ ਦੇ ਬਨ ਪਰਬ ਵਿੱਚ ਅੱਗੇ ਕਥਾ ਆਉਂਦੀ ਹੈ ਅਧਿਆਏ ਵਿੱਚ ਕਿ ਇੱਕ ਦਿਨ ਰੇਣੂਕਾ ਇਸ਼ਨਾਨ ਕਰਨ ਗਈ ਹੋਈ ਸੀ। ਮਹਰਸ਼ੀ ਜਮਦਗਨੀ ਆਸ਼ਰਮ ਵਿੱਚ ਹੀ ਤਪੱਸਿਆ ਵਿੱਚ ਲੀਨ ਸਨ। ਉੱਥੇ ਉਹਨੇ ਇੱਕ ਰਾਜਾ ਹੋਇਆ ਹੈ ਚਿੱਤਰਰਥ, ਉਹ ਆਪਣੀ ਰਾਣੀਆਂ ਦੇ ਨਾਲ ਜਲ ਕ੍ਰੀੜਾ ਵਿੱਚ ਸੀ, ਮਤਲਬ ਪਾਣੀ 'ਚੋਂ ਖੇਡ ਰਹੇ ਸਨ। ਉਹਨਾਂ ਨੂੰ ਕ੍ਰੀੜਾ ਕਰਦਿਆਂ ਵੇਖ ਕੇ, ਖੇਡਦਿਆਂ ਵੇਖ ਕੇ ਉਹ ਰੇਣੂਕਾ ਜੀ ਕਾਮਾਤੁਰ ਹੋ ਉੱਠੇ ਅਤੇ ਮਨ ਵਿੱਚ ਵਾਸ਼ਨਾ ਆ ਗਈ। ਉਹ ਮਨ ਵਿੱਚ ਵਾਸ਼ਨਾ ਆਈ ਅਤੇ ਇਸ ਦੇ ਉੱਤੇ ਮਹਰਸ਼ੀ ਜਮਦਗਨੀ ਬੜੇ ਕ੍ਰੋਧਿਤ ਹੋ ਗਏ। ਗੁੱਸੇ ਵਿੱਚ ਆਏ ਅਤੇ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਆਗਿਆ ਦਿੱਤੀ ਵੀ ਆਪਣੀ ਮਾਂ ਦਾ ਸਿਰ ਵੱਢ ਦਿਓ।
इन्हां दा सिर कट दिओ। हुण औखा हुक्म है ये भी, अपनी माता का सिर वड्ढना। पहले 4 पुत्रां ने तो हुक्म नहीं मन्निया, पर 5वें पुत्र परशुराम जी जदों उन्होंने हुक्म होया, उन्होंने फरसा चुक्या ते अपनी माता का सिर वड्ढ दिता और अपने पिता जी के पैरों ते रख दिता। सो इस दे उत्ते महर्षि जमदग्नि बड़े प्रसन्न होए तो उन्होंने परशुराम जी नूं वर मंगण वास्ते कहा। तद उन्होंने कहा भी पहला वर तो ये भी मेरी माता नूं पुनर्जीवित कर दिओ और उसनूं इस कर्म का ज्ञान ना होवे भी मैं उन्हां दा सिर वड्ढिया। दूजा वर ये कि मेरी आयु बड़ी दीर्घ होवे और युद्ध विच मैनूं कोई पराजित ना कर सके। सो परशुराम जी नूं ये वर दोनों महर्षि जमदग्नि ने दे दिते। तो इस तो अगे विष्णु पुराण में लिखिया है कि एक बार राजा कार्तिकवीर जिहदियां 1000 बावां सन, वो महर्षि जमदग्नि नूं मिलण वास्ते आश्रम में आया। महर्षि ने बड़ी श्रद्धा भाव नाल अपनी समर्थ के अनुसार उन्हां दी आओ भगत विच कोई कमी नहीं की, पर वो बड़ा अभिमानी सी ते अभिमानी होण करके कार्तिकवीर ने क्रोध विच आके महर्षि जमदग्नि की हत्या कर दी और फिर उत्थों निकल गया। जदों चला गया तो वापस जिस वेले परशुराम जी घर आए, वो अपने पिता नाल बड़ा प्यार करते सी। उन्हां दे कहण दे उत्ते उन्होंने अपनी माता तक दा सिर वड्ढ दिता सी। ते इन्ना आग्याकारी पुत्र होवे और पिता नूं मरिया होया वेख्या, तो जिस वेले इस तरीके नाल उन्होंने वेख्या तो विरलाप सुनिया माता दा, होर ज़्यादा परेशान हो गए क्योंकि प्यार तो उन्होंने माता नाल भी सी, इसे करके उन्होंने पुनर्जीवित करवाया सी। सो उस गल नूं उन्होंने सहारिया नहीं तो अपने पिता नूं धरती पर मृत पिया वेख के उन्होंने अखां तो अथरू आ गए, जिहदा जिक्र किया महाराज ने। सहस्रदान दे इंद्र रोआया, परशुराम रोवै कर आया। गुरु ग्रंथ साहिब दे पावन अंक 953 953 दे उत्ते ये पावन बचन दर्ज ने। सो उस वक्त तो बड़ा रोए, बहुत परेशान होए, पर उन्होंने फिर क्रोध विच आके फरसा पकड़िया तो जाके फिर कार्तिकवीर राजे नूं ललकारिया। उहदियां जो 1000 बावां सन वो भी वड्ढ दित्तियां, उहदे पुत्र उहदे पोतरे सारियां दा नाश कर दिता। पर फिर भी उन्हां दी क्रोध अग्नि शांत नहीं हुई। इतने क्रोध विच हो सन कि उन्होंने 21 वार खत्रियां दा संघार किया, यानी धरती 21 वार खत्रियां तो खाली की। हुण तुसीं सोचोगे 21 वार खत्रियां नूं मारिया तो जो पहली बार मारिया दूसरी बार खत्री कित्थों आए। असल विच पहलां जात पात नहीं सी, जात देखी जाती सी पहलों कर्म के हिसाब नाल। हुण पहली बार जो खत्री मारते फिर कोई राजा बनिया, फिर उसने कोई फौज रखी, फिर खत्री इकट्ठे होए। मतलब जो भी लड़ाई करन दा या सिपाही बनन दा फैसला लैंदा सी उहनूं खत्री कहा जाता सी। खत्री दे घर जन्म लवे इस तरह का सिस्टम नहीं सी। यानी कि परशुराम जी भी इस गल दे गवाह ने कि यह जो बाय बर्थ जिहड़ा कास्ट सिस्टम है वो नहीं सी पहलां होया करदा। उस समय इस प्रकार की वर्ण वंड नहीं सी जो अजकल जात पात चल पई है। खैर वो जिस वेले उन्होंने खत्रियां दा संघार इस प्रकार दे नाल कीता ते वो फिर शांत बैठ गए 21 वारी खत्रियां नूं मार के। पर फिर किसी नूं उन्हें दस्सिया भी आके परशुराम जी भी एक यज्ञ होया है किसी राजे ने कीता ते तुसीं उन्हां नूं मारन वास्ते गए ने। वो जाके फिर इसे प्रकार नाल उन्होंने उत्थे फिर पहुँच गए। जिन्ने भी उत्थे खत्री बैठे सी सारे उन्होंने मार दिते, खत्रियां दा नाश करके। फिर खुद राजा जितना भी कोई बचिया ही नहीं उत्थे फिर सारियां नूं मार दिता सी। फिर खुद आप परशुराम जी ने अश्वमेध यज्ञ किया। उस यज्ञ विच महर्षि कश्यप नूं बुलाया यज्ञ करन वास्ते। महर्षि कश्यप ने दक्षिणा जिस वेले मंगी, कहंदे सारी धरती दक्षिणा विच मैनूं दे दिओ। हुण परशुराम जी सारी धरती जित चुके सी ते सारी धरती उन्होंने कश्यप जी नूं दे दित्ती। महर्षि कश्यप कहण लगे परशुराम जी हुण तुसीं दक्षिण वल सागर ते चले जाओ, धरती ते सारी मेरी है, तुसीं उत्थे नहीं रह सकदे। सो इस तरह वो दक्षिण वल सागर दे विच चले गए, उत्थे अपना काफ़ी समय तक निवास रखिया। फिर उन्हां दी वापसी हुंदी है जदों राजा जनक जी सीता जी का स्वयंवर रचते हैं और उहदे विच वो जो धनुष जिन्हों सीता जी रोज़ साफ करते सन वो चुक लेंदे सी, उस दे उत्ते चिल्ला चढ़ाना सी ते रामचंद्र जी ने वो धनुष तोड़ दिता। वो शिव धनुष सी, उन्होंने सिर्फ परशुराम जी ही चुक सकते सी, बाकियां तो उठदा नहीं सी।
पर जदों ਉਹ ਆਏ ਉੱਥੇ ਪਤਾ ਲੱਗਾ ਵੀ ਰਾਮ ਜੀ ਅਵਤਾਰ ਦੇ ਰੂਪ ਵਿੱਚ ਨੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਰੇ ਤੋਂ ਬਾਅਦ ਹੁਣ ਕੋਈ ਅਵਤਾਰ ਆ ਗਏ ਨੇ। ਸੋ ਇਸ ਲਈ ਉਹਨਾਂ ਨੇ ਆਪਣਾ ਮਨ ਸ਼ਾਂਤ ਕਰਕੇ ਫਿਰ ਵਾਪਸ ਫਿਰ ਤਪ ਕਰਨ ਚਲੇ ਗਏ। ਇਹ ਪਰਸਰਾਮ ਜੀ ਦੇ ਜੀਵਨ ਦੀ ਗਾਥਾ ਹੈ ਜੋ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਹੋਰ ਅੱਗੇ ਜਿਨ੍ਹਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ ਉਹ ਸਾਰੀਆਂ ਸਾਖੀਆਂ ਜਾਂ ਕਹਾਣੀਆਂ ਲੈ ਕੇ ਦਾਸ ਆਪ ਜੀ ਦੇ ਸਾਹਮਣੇ ਹਾਜ਼ਰ ਹੋਵੇਗਾ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।